ਤੁਸੀਂ ਵੇਖ ਰਹੇ ਹੋ ਜਸਟ ਟੀਵੀ। ਮੈਂ ਹਨੀਲਮ ਸੈਣੀ। ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਬਜਟ ਇਜਲਾਸ ਦੇ ਤੀਜੇ ਦਿਨ ਹਾਊਸ ਅੰਦਰ ਗੂੰਜਿਆ ਕਿਸਾਨਾਂ ਉੱਤੇ ਝੂਠੇ ਪਰਚਿਆਂ ਦਾ ਮਾਮਲਾ। ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੱਡਿਆਂ ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਅਕਾਲੀ। ਪੈਟਰੋਲ ਡੀਜ਼ਲ ਉੱਤੇ ਵੈਟ ਨਾ ਘਟਾਉਣ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਪਾਈਆਂ ਲਾਹਣਤਾਂ। ਸੁਨੀਲ ਜਾਖੜ ਨੇ ਮੰਗਿਆ ਬਾਦਲਾਂ ਤੋਂ ਹਿਸਾਬ। ਕਿਹਾ ਤੁਹਾਡੀਆਂ ਗਲਤੀਆਂ ਕਰਕੇ ਪੰਜਾਬ ਸਿਰ ਚੜਿਆ 31,000 ਕਰੋੜ ਦਾ ਕਰਜ਼ਾ। ਲੰਬੇ ਗੈਪ ਤੋਂ ਬਾਅਦ ਮੁੜ ਸੁਰਖੀਆਂ 'ਚ ਛਾਏ ਨਵਜੋਤ ਸਿੰਘ ਸਿੱਧੂ। ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕੈਪਟਨ ਨੂੰ ਯਾਦ ਦਿਵਾਈ ਸਰਕਾਰ ਦੀ ਤਾਕਤ ਅਤੇ ਪੀਐਫ ਲੈਣ ਵਾਲੇ 6 ਕਰੋੜ ਕਰਮਚਾਰੀਆਂ ਲਈ ਰਾਹਤ ਦੀ ਖਬਰ। 8.5% ਦੀ ਦਰ ਨਾਲ ਮਿਲਦਾ ਰਹੇਗਾ ਵਿਆਜ। ਅਤੇ ਹੁਣ ਖਬਰਾਂ ਦਾ ਵਿਸਥਾਰ। ਵਿਧਾਨ ਸਭਾ ਇਜਲਾਸ ਦੇ 3 ਦਿਨ ਬੀਤ ਚੁੱਕੇ ਨੇ ਤੇ ਹੁਣ ਤੱਕ ਹਾਊਸ ਅੰਦਰ ਲੋਕ ਮੁੱਦਿਆਂ ਦੇ ਨਾਮ ਤੇ ਸਿਆਸੀ ਆਗੂਆਂ ਨੇ ਆਪੋ ਆਪਣੀਆਂ ਲੜਾਈਆਂ ਹੀ ਲੜੀਆਂ ਹਨ। ਇੱਕ ਦੂਜੇ ਤੇ ਇਲਜ਼ਾਮ ਲਾਏ ਗਏ ਤੇ ਹੰਗਾਮੇ ਤੋਂ ਬਾਅਦ ਵਾਕਆਊਟ ਕੀਤਾ ਗਿਆ। ਅੱਜ ਵੀ ਸੈਸ਼ਨ ਦੌਰਾਨ ਵਿਰੋਧੀਆਂ ਨੇ ਜਦ ਕੈਪਟਨ ਸਰਕਾਰ ਨੂੰ ਸਵਾਲ ਪੁੱਛੇ ਤਾਂ ਫਿਰ ਇੱਕ ਦੂਜੇ ਤੇ ਉਂਗਲ ਚੁੱਕਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰ ਤੱਕ ਲਈ ਮੁਲਤਵੀ ਹੋ ਗਈ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਿਹਤ ਮੰਤਰੀ ਨੂੰ ਸਵਾਲ ਪੁੱਛਿਆ ਕਿ ਉਹਨਾਂ ਸਮੇਤ ਹੋਰ ਵਜ਼ੀਰਾਂ ਨੇ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਕਿਉਂ ਕਰਵਾਇਆ, ਕਿ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਇਲਾਜ ਤੇ ਭਰੋਸਾ ਨਹੀਂ। ਇਸ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਖਰਚੇ ਉੱਤੇ ਵਿਦੇਸ਼ਾਂ 'ਚ ਇਲਾਜ ਕਰਵਾਉਣ ਦਾ ਮੁੱਦਾ ਚੁੱਕ ਲਿਆ, ਜਿਸ ਤੋਂ ਬਾਅਦ ਸਦਨ 'ਚ ਹੰਗਾਮਾ ਸ਼ੁਰੂ ਹੋ ਗਿਆ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਅਕਾਲੀ ਦਲ ਦੇ ਵਿਧਾਇਕ ਗੱਡੀਆਂ ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ। ਵੱਧ ਰਹੀ ਮਹਿੰਗਾਈ ਅਤੇ ਆਏ ਦਿਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ ਤੇ ਹਮਲਾ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੇ ਸਭ ਤੋਂ ਜ਼ਿਆਦਾ ਵੈਟ ਪੰਜਾਬ ਸਰਕਾਰ ਵਸੂਲਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਗੱਲ ਤਾਂ ਬਾਤ ਦੀ ਹੈ, ਪਰ ਪਹਿਲਾਂ ਕੈਪਟਨ ਸਰਕਾਰ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। ਦੱਸ ਦਈਏ ਕਿ ਇਸ ਮੌਕੇ ਅਕਾਲੀ ਵਿਧਾਇਕਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। बैल गड्डी ते चढ़ के आउण दा मसला मकसद सिर्फ इक्को सी, ये संकेत देना कि गरीब बंदा किसान दी आवाज़ सुनी जाए। मगर बड़े अफसोस नाल कहना पैंदा है कि सरकार नूं की वो दंदियां वढ़दियां सी जिहड़ा अंदर नहीं आउण दित्ती। एक संकेत इसलिए सी कि जिहड़ा आम सधारण बंदा है, गरीब है, किसान है, मिडल क्लास है, ਉਹਨੂੰ ਡੀਜ਼ਲ ਪੈਟਰੋਲ ਤੇ ਜਿਹੜਾ ਵੈਟ ਲੱਗ ਰਿਹਾ ਉਸ ਤੇ ਉਹ ਬੜਾ ਦੁਖੀ ਹੈ। ਸੈਂਟਰ ਆਪਦੇ ਰੇਟ ਘਟਾਵੇ, ਮਗਰ ਉਸ ਤੋਂ ਪਹਿਲਾਂ ਸਰਕਾਰ ਤੁਹਾਡੀ ਹੈ। ਜਾਖੜ ਸਾਹਿਬ ਉਸ ਦਿਨ ਤਾਂ ਡਰਾਮਾ ਰਚਦੇ ਸੀ, ਉਹ ਡਰਾਮਾ ਨਾ ਰਚੋ, ਆਪ ਦਾ ਵੈਟ ਘਟਾਓ। ਜਿਹੜੇ ਸਾਰੇ ਦੇਸ਼ 'ਚ ਸਭ ਤੋਂ ਵੱਧ ਵੈਟ ਪੈਟਰੋਲ ਤੇ ਡੀਜ਼ਲ ਤੇ ਕੋਈ ਸੂਬਾ ਲਾਉਂਦਾ ਤੇ ਪੰਜਾਬ ਸਰਕਾਰ ਲਾਉਂਦੀ, ਤੁਸੀਂ ਕਿਉਂ ਨਹੀਂ ਘਟਾਉਂਦੇ? ਲੋਕਾਂ ਨੂੰ ਮੂਰਖ ਨਾ ਬਣਾਓ, ਆਪਣੀ ਬਣਦੀ ਜ਼ਿੰਮੇਵਾਰੀ ਨਿਭਾਓ ਤੇ ਫਿਰ ਜਾ ਕੇ ਦਿੱਲੀ ਦੀ ਲੜਾਈ ਅਸੀਂ ਲੜਨ ਦੀ ਨਾਲ ਤਿਆਰ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਖਤ ਲਹਿਜੇ 'ਚ ਜ਼ੀਰੋ ਆਵਰ ਦੌਰਾਨ ਸਰਕਾਰ ਨੂੰ ਸਵਾਲ ਕੀਤਾ ਕਿ ਸਰਕਾਰੀ ਹਸਪਤਾਲ ਦੇ ਵਿਸਥਾਰ ਲਈ ਜੋ ਜ਼ਮੀਨ ਅਲਾਟ ਹੋਈ ਸੀ ਉਸ ਨੂੰ ਇੱਕ ਨਿੱਜੀ ਹਸਪਤਾਲ ਨੂੰ ਕਿਉਂ ਦਿੱਤਾ ਗਿਆ। ਇੰਨਾ ਹੀ ਨਹੀਂ, ਚੀਮਾ ਨੇ ਉਸ ਜ਼ਮੀਨ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਇਹ ਜ਼ਮੀਨ ਪਹਿਲਾਂ ਐਸਏਐਸ ਨਗਰ ਮੈਡੀਕਲ ਕਾਲਜ ਨੂੰ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਨੇ ਉਹੀ ਜ਼ਮੀਨ ਪ੍ਰਾਈਵੇਟ ਹਸਪਤਾਲ ਮੈਕਸ ਨੂੰ ਦੇ ਦਿੱਤੀ। ਚੀਮਾ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਵਾਬ ਦੇਵੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੀ ਅਕਾਲੀ ਦਲ ਬੀਜੇਪੀ ਸਰਕਾਰ ਉੱਪਰ ਅਨਾਜ ਘੁਟਾਲੇ ਦਾ ਇਲਜ਼ਾਮ ਲਾਇਆ ਹੈ। ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾਇਆ ਹੈ। ਜਾਖੜ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ ਬੀਜੇਪੀ ਸਰਕਾਰ ਵੱਲੋਂ 31,000 ਕਰੋੜ ਰੁਪਏ ਦੀ ਫੂਡ ਸੈਟਲਮੈਂਟ ਦੀ ਹਕੀਕਤ ਨੂੰ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ। ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਮੁਤਾਬਕ ਪੰਜਾਬ ਜਵਾਬ ਮੰਗਦਾ ਹੈ, ਪਰ ਉਹਨਾਂ ਦੇ ਮੁਤਾਬਕ ਪੰਜਾਬ ਹਿਸਾਬ ਵੀ ਮੰਗਦਾ ਹੈ, ਕਿਉਂਕਿ 2017 ਚ ਜਦ ਵਿੱਤ ਮੰਤਰਾਲੇ ਨੇ 19,000 ਕਰੋੜ ਰੁਪਏ ਦੀ ਪ੍ਰਿੰਸੀਪਲ ਦੇਣਦਾਰੀ ਚ 6,000 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਦੇਣ ਤੇ ਸਹਿਮਤੀ ਦੇ ਦਿੱਤੀ ਸੀ, ਤਾਂ ਫਿਰ ਉਸ ਵੇਲੇ ਦੇ ਖੁਰਾਕ ਅਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਕੀ ਮਜਬੂਰੀ ਸੀ ਕਿ ਉਸਨੇ ਪੰਜਾਬ ਦੇ ਸਿਰ ਤੇ 31,000 ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ। ਬੀਜੇਪੀ ਤੇ ਅਕਾਲੀ ਉਹਨਾਂ ਤੋਂ ਚੰਦ ਸਵਾਲ ਮੈਂ ਕਰਨਾ ਚਾਹੁੰਦਾ, ਚੰਦ ਹਿਸਾਬ ਮੰਗਣਾ ਚਾਹੁੰਦਾ ਮੈਂ ਉਹਨਾਂ ਤੋਂ, ਕਿਉਂਕਿ ਉਹਨਾਂ ਨੇ 8 ਤਰੀਕ ਨੂੰ ਪੰਜਾਬ ਦੇ ਅੰਦਰ ਇੱਕ ਮੁਹਿੰਮ ਚਾਲੂ ਕੀਤੀ ਹੈ ਜਿਹਦੇ ਕਹਿੰਦੇ ਆ ਮੰਗਦਾ ਹੈ ਜਵਾਬ ਮੰਗਦਾ ਹੈ ਪੰਜਾਬ। ਮੇਰਾ ਕਹਿਣਾ ਹੈ ਪੰਜਾਬ ਕੱਲਾ ਜਵਾਬ ਨਹੀਂ ਮੰਗਦਾ, ਪੰਜਾਬ ਹਿਸਾਬ ਵੀ ਮੰਗਦਾ ਹੈ। ਆ ਮੇਰੇ ਕੋਲ ਡਾਕੂਮੈਂਟ ਹੈ ਗਵਰਨਮੈਂਟ ਆਫ ਇੰਡੀਆ ਦੀ ਮੀਟਿੰਗ ਦਾ, ਉਸ ਮੀਟਿੰਗ ਦਾ जिस मीटिंग के अंदर पंजाब की आर्थिक न्यों जिहड़ी है
ਉਹਨੂੰ ਪੱਟਿਆ ਗਿਆ ਸੀਗਾ। ਪੰਜਾਬ ਦੇ ਅਰਥਚਾਰੇ ਨੂੰ ਬਹੁਤ ਵੱਡਾ ਘਾਣ ਲਾਇਆ। ਔਰ ਡਾਕੂਮੈਂਟ ਹੈ 31,000 ਕਰੋੜ ਰੁਪਏ ਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਸੀ ਫੂਡ ਸਕੈਮ ਦੀ। ਗਵਰਨਮੈਂਟ ਆਫ ਇੰਡੀਆ ਵਾਸ ਦਾ ਮੀਡੀਏਟਰ, ਫਾਈਨਾਂਸ ਮਿਨਿਸਟਰੀ ਸੀਗੀ। 6,000 ਕਰੋੜ ਰੁਪਏ ਦਾ ਕੇਂਦਰ ਸਰਕਾਰ ਨੇ ਬੋਝ ਆਪਣੇ ਉੱਤੇ ਲੈਣਾ ਕੀਤਾ ਸੀ ਵੀ ਅਸੀਂ ਪੰਜਾਬ ਨੂੰ 6,000 ਕਰੋੜ ਰੁਪਏ ਦੇਵਾਂਗੇ, ਕਿਉਂਕਿ ਪੰਜਾਬ ਨੇ ਦੇਸ਼ ਦਾ ਜਿਹੜਾ ਅੰਨ ਸੁਰੱਖਿਆ ਹੈ ਉਹਦੇ ਵਾਸਤੇ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ 6,000 ਕਰੋੜ ਰੁਪਇਆ ਅਸੀਂ ਕੇਂਦਰ ਸਰਕਾਰ ਦੇਊਗੀ ਪੰਜਾਬ ਨੂੰ। ਪੰਜਾਬ ਸਰਕਾਰ ਆ ਜਿਹੜਾ 6,000 ਕਰੋੜ ਰੁਪਇਆ ਬੈਂਕਾਂ ਦਾ ਜਿਹੜਾ ਬਕਾਇਆ ਖੜਾ ਉਹਨਾਂ ਨੂੰ ਸਿੱਧੇ ਉਹਨਾਂ ਨੂੰ ਦੇਊਗੀ, ਹੋਰ ਕਿਸੇ ਵਾਸਤੇ ਇਸਤੇਮਾਲ ਨਹੀਂ ਸੀ ਕਰੂਗੀ। ਮੁੱਕਦੀ ਜੀ ਗੱਲ ਸੀਗੀ ਵੀ 6,000 ਕਰੋੜ ਕੇਂਦਰ ਸਰਕਾਰ ਨੇ ਦੇਣਾ ਕੀਤਾ ਸੀਗਾ ਵੀ ਅਸੀਂ ਦੇਣੇ ਆ, 13,000 ਕਰੋੜ ਪੰਜਾਬ ਸਰਕਾਰ ਦੇਊਗੀ। ਉਹਦੇ ਬੌਂਡ ਬਣਾ ਕੇ ਜਿਹੜਾ ਕਰਜ਼ਾ ਇਹਦੇ ਚੜ ਜੂਗਾ 20 ਸਾਲਾਂ 'ਚ ਦੇਣਗੇ, ਤੇ ਬਾਕੀ ਜੇ ਕੋਈ ਬਕਾਇਆ ਨਿਕਲਿਆ ਤਾਂ ਬੈਂਕ ਵਾਲਿਆਂ ਦੇ ਰਗੜਾ ਲੱਗੂਗਾ। ਪਰ ਸਾਡੇ ਵਾਲੇ ਸ਼੍ਰੀਮਾਨ ਕਿੰਨਾ ਹਾਂ ਕਰਕੇ ਆਏ ਉੱਥੇ, ਇਹ ਹਾਂ ਕਰਕੇ ਆਏ ਵੀ ਅਸੀਂ ਨਹੀਂ ਜੀ, ਅਸੀਂ 13,000 ਨਹੀਂ, ਅਸੀਂ 31,000 ਕਰੋੜ ਦੇਵਾਂਗੇ। ਕਾਫੀ ਸਮੇਂ ਤੋਂ ਸਿਆਸਤ ਅਤੇ ਸੁਰਖੀਆਂ ਤੋਂ ਗਾਇਬ ਨਵਜੋਤ ਸਿੰਘ ਸਿੱਧੂ ਨੇ ਅੱਜ ਮੀਡੀਆ ਸਾਹਮਣੇ ਆ ਕੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਹੱਕ 'ਚ ਨਾ ਸਿਰਫ ਆਪਣੀ ਆਵਾਜ਼ ਬੁਲੰਦ ਕੀਤੀ, ਬਲਕਿ ਕੈਪਟਨ ਸਰਕਾਰ ਨੂੰ ਇਸ਼ਾਰਾ ਕਰਕੇ ਉਸ ਦੀ ਤਾਕਤ ਵੀ ਯਾਦ ਦਿਵਾਈ। ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਇੰਨੀ ਤਾਕਤ ਹੈ ਕਿ ਜੇਕਰ ਉਹ ਚਾਹੇ ਤਾਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕ ਸਕਦੀ ਹੈ। ਇੰਨਾ ਹੀ ਨਹੀਂ, ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਗੈਰ ਸੰਵਿਧਾਨਿਕ ਵੀ ਦੱਸਿਆ। इतिहास गवाह है कि ऐसे बड़े मौके आए कि सूबा सरकारां ने सेंटर दे आदेशां नूं नकारिया सिरे तो, चाहे वो अपनी डेमोक्रेटिक ताकत जिहड़ी लोकां ने उन्हां नूं दित्ती है वो वरत के, चाहे उन्होंने चुने नुमाइंदियां ने लोगों की ताकत वरत के, चाहे जी विधान ने सूबा सरकारों को ताकत दी है वो वरत के सिरे तो सेंटर दियां हदायतां नूं लागू नहीं होण दिता। चाहे कावेरी रिवर वाटर इशूज होवे, चाहे SYL का मुद्दा होवे, स्टेट खड़े रहे ने और खड़ के आवाज बुलंद की है और कहा कि असी नहीं मानते और सिरे तो नकारते हैं और अपनी सरजमीन ते ये लागू नहीं होने देते। नॉट ओनली टू डिफाई, सिर्फ डिफाई नहीं करना बट टू डिनाई। बहुत बड़े ग्राउंड ने ये पहला भी होया और हुण भी होना चाहिए, क्योंकि जिहड़े कानून ने ये अनकॉन्स्टिट्यूशनल ने, एक इलीगल ने, दो ये सूबियां दे कानून बनाउण दे अधिकार दे उत्ते एक बहुत बड़ा अटैक। खेती कानूनां दे विरोध नूं लै के किसान दिल्ली ਦੀਆਂ ਸਰਹੱਦਾਂ ਤੇ ਬੈਠੇ ਹਨ ਅਤੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਧੜੱਲੇ ਨਾਲ ਮਾਮਲੇ ਦਰਜ ਕੀਤੇ ਜਾ ਰਹੇ ਨੇ। ਦਿੱਲੀ ਪੁਲਿਸ ਇਹਨਾਂ ਮਾਮਲਿਆਂ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ, ਇਸ ਦਾ ਅੰਦਾਜ਼ਾ ਤੁਸੀਂ ਇਹ ਖਬਰ ਦੇਖ ਕੇ ਲਗਾ ਸਕਦੇ ਹੋ। 26 ਜਨਵਰੀ ਨੂੰ ਲਾਲ ਕਿਲੇ ਹਿੰਸਾ ਮਾਮਲੇ ਤੇ ਕੇਸ ਦਰਜ ਕਰਨ ਲਈ ਕਾਲੀ ਦਿੱਲੀ ਪੁਲਿਸ फौत हो चुके किसानों ਨੂੰ भी नहीं बख्श रही। दरअसल दिल्ली पुलिस ने पंजाब के एक किसान ਨੂੰ 26 जनवरी की हिंसा मामले च नोटिस जारी किया है। गौर करने वाली गल यह है कि रोपड़ जिले के पिंड निहोलका दे इस किसान ਨੂੰ ਇਹ नोटिस जारी होया है, उसकी 31 दिसंबर ਨੂੰ ही मौत हो चुकी है। दिल्ली पुलिस की इस कारगुजारी ते वड्डे सवाल खड़े हो रहे हैं कि आखिर किस बुनियाद ते पड़ताल करके किसानों ਨੂੰ नोटिस जारी किया जा रहा है। मामले बारे दिल्ली सिख गुरुद्वारा प्रबंधक कमेटी के प्रधान मनजिंदर सिंह सिरसा ने अपने फेसबुक पेज ते जानकारी देते हुए लिखा है कि इन्हां कानूनी नोटिसां तो सिर्फ यह साफ जाहिर होंदा है कि दिल्ली पुलिस किसान भाईचारे नूं तंग परेशान करने लई कानूनी केसां दे विच उलझा रही है। किसानां उत्ते झूठे मामले दर्ज किए जाने का मामला अज विधान सभा विच भी गूंजिया। तलवंडी साबो तो आम आदमी पार्टी की विधायक प्रोफैसर बलजिंदर कौर ने दिल्ली पुलिस वालों किसानां उत्ते दर्ज किए जा रहे मामलों बारे गल करदिआं ਇਹ ਕਿਹਾ ਕਿ ਇਕੱਲੇ ਉਹਨਾਂ ਦੇ ਹਲਕੇ ਵਿੱਚ ਹੀ 7 ਕਿਸਾਨਾਂ ਉੱਤੇ
ਪਰਚੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਾ ਸਿਰਫ ਇਹ 7 ਕਿਸਾਨ ਬਲਕਿ ਪੰਜਾਬ ਭਰ ਦੇ ਸੈਂਕੜੇ ਕਿਸਾਨਾਂ ਉੱਤੇ ਝੂਠੇ ਪਰਚੇ ਦਰਜ ਕੀਤੇ ਅਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। 30 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਜਟ ਨਾਲ ਸੰਬੰਧਿਤ ਕਾਪੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਵੇਗੀ ਅਤੇ ਮੈਂਬਰਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਬਜਟ ਨੂੰ ਲੈ ਕੇ ਜੇ ਕੋਈ ਸਿਫਾਰਿਸ਼ਾਂ ਅਤੇ ਸੋਧ ਹਨ ਤਾਂ ਉਸ ਬਾਰੇ ਲਿਖਤੀ ਵਿੱਚ ਇੱਕ ਦਿਨ ਪਹਿਲਾਂ ਦੱਸਿਆ ਜਾਵੇ ਤਾਂ ਜੋ ਉਹਨਾਂ ਸਿਫਾਰਿਸ਼ਾਂ ਉੱਤੇ ਗੌਰ ਕੀਤੀ ਜਾ ਸਕੇ। 30 ਮਾਰਚ ਨੂੰ ਬਜਟ ਦਾ ਇਜਲਾਸ ਹੋਏਗਾ। ਉਸ ਤੋਂ ਪਹਿਲਾਂ ਬਜਟ ਦੀ ਕਾਪੀ ਜਿਹੜੀ ਹੈ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਏਗੀ ਔਰ ਸਾਰੇ ਬਜਟ ਦੇ ਇਜਲਾਸ ਦੇ ਜਿਹੜੇ ਬਜਟ ਕਾਪੀ ਜਾਵੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਬਜਟ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਲਿਖਤੀ ਜਿਹੜੀਆਂ ਸਿਫਾਰਿਸ਼ਾਂ ਹੋਣ, ਕੋਈ ਸੋਧ ਕਰਨ ਵਾਲੀ ਹੋਵੇ, ਉਹ ਉੱਥੇ ਭੇਜਣ ਤਾਂ ਜੋ ਉਹਨਾਂ ਦੇ ਉੱਤੇ ਗੌਰ ਕੀਤੀ ਜਾ ਸਕੇ। ਘੱਟ ਤੋਂ ਘੱਟ ਇੱਕ ਦਿਨ ਪਹਿਲਾਂ, 1 ਜਾਂ 2 ਦਿਨ ਮਤਲਬ ਪਹਿਲਾਂ ਸਾਨੂੰ ਸਿਫਾਰਿਸ਼ਾਂ ਕਰਕੇ ਵੀ ਜੇ ਕਿਤੇ ਕੋਈ ਕਮੀ ਹੈ, ਕਿਤੇ ਕੋਈ ਸੋਧ ਕਰਨੀ ਪੈ ਜੇ ਤਾਂ ਉਹ ਬਜਟ ਦੀ ਕਾਪੀ ਨੂੰ ਪੜ੍ਹ ਕੇ ਤੇ ਉਹਦੇ ਵਿੱਚ ਸਾਡੀ ਸਿਫਾਰਿਸ਼ ਸਾਨੂੰ ਜ਼ਰੂਰ ਕਰਨ ਤਾਂ ਜੋ ਅਸੀਂ ਉਹਦੇ ਤੇ ਗੌਰ ਕਰ ਸਕੀਏ। ਕਿਸਾਨ ਅੰਦੋਲਨ ਲੰਬਾ ਚੱਲਣ ਵਾਲਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਲਈ ਸਰਦੀ ਤੋਂ ਬਾਅਦ ਹੁਣ ਗਰਮੀ ਨੂੰ ਦੇਖਦਿਆਂ ਪ੍ਰਬੰਧ ਕੀਤੇ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗਰਮੀਆਂ 'ਚ ਕਿਸਾਨਾਂ ਨੂੰ ਰਾਹਤ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗਰਮੀ ਨੂੰ ਦੇਖਦੇ ਹੋਏ ਕਮੇਟੀ ਵੱਲੋਂ ਸਿੰਘੂ ਬਾਰਡਰ ਤੇ ਟੀਨ ਦੇ ਪੱਕੇ ਸ਼ੇਡ ਪਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਗਰਮੀ ਵਿੱਚ ਰਾਹਤ ਮਿਲ ਸਕੇ। ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈ ਉਹਦੇ 'ਚ ਪਾਸ ਕੀਤਾ ਕਿ ਸਾਡੇ ਬੜੇ ਲੰਬੇ ਸਮੇਂ ਤੋਂ ਉੱਥੇ ਟੈਂਟ ਲੱਗੇ ਹੋਏ ਆ। ਉਹ ਟੈਂਟਾਂ ਦਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹ ਗਰਮੀ ਦਾ ਵੀ ਆ ਗਿਆ, ਉੱਥੇ ਪੱਖੇ ਵੀ ਲਾਉਣੇ ਪੈਣੇ ਆ, ਪਤਾ ਨਹੀਂ ਕਿੰਨਾ ਲੰਬਾ ਇਹ ਸੰਘਰਸ਼ ਚੱਲਣਾ। ਉਹਦੇ ਕਰਕੇ ਟੀਨਾਂ ਦੇ ਜਿਹੜੇ ਆ ਉਹ ਟੈਂਟ ਪਾ ਦਿੱਤੇ ਜਾਣ, ਉਹ ਵੀ ਸ਼ੈੱਡ ਜਿਹੜੇ ਆ ਉਹ ਟੀਨ ਦੇ ਪਾ ਦਿੱਤੇ ਜਾਣ ਤਾਂ ਜੋ ਇਹ ਸਹੂਲਤ ਜਿਹੜੀ ਹੈ ਸਾਰਿਆਂ ਵਾਸਤੇ ਸੌਖੀ ਹੋ ਸਕੇ। ਦਿੱਲੀ ਨੈਸ਼ਨਲ ਹਾਈਵੇ ਤੇ ਖੰਨਾ ਨਜ਼ਦੀਕ ਕਸਬਾ ਬੀਜਾ ਦੇ ਪੁਲ ਤੇ ਅੱਜ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ। ਹਾਈਵੇ ਤੇ ਬਣੇ ਇੱਕ ਪੁਲ ਤੇ ਇੱਕ ਨੌਜਵਾਨ ਲੜਕੀ ਦੀ ਭੇਤ ਭਰੇ ਹਾਲਾਤਾਂ 'ਚ ਅੱਗ ਨਾਲ ਸੜ ਕੇ ਮੌਤ ਹੋ ਗਈ। ਦੁਖਦ ਪਹਿਲੂ ਇਹ ਵੀ ਰਿਹਾ ਕਿ ਇਸ ਹਾਈਵੇ ਤੇ ਹਜ਼ਾਰਾਂ ਦੀ ਤਾਦਾਦ 'ਚ ਲੋਕ ਲੰਘਦੇ ਨੇ ਪਰ ਕਿਸੇ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਜਿੰਨੀ ਦੇਰ ਨੂੰ ਪੁਲਿਸ ਮੌਕੇ ਤੇ ਪਹੁੰਚੀ ਲੜਕੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਮੌਤ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੀ 31 ਸਾਲਾ ਬੇਟੀ ਮਨਪ੍ਰੀਤ ਕੌਰ ਅੱਜ ਸਵੇਰੇ ਰੋਜ਼ਗਾਰ ਦੀ ਭਾਲ ਵਿੱਚ ਘਰੋਂ ਨਿਕਲੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਬੁਰੀ ਖਬਰ ਮਿਲੀ। ਉਹਨਾਂ ਦੱਸਿਆ ਕਿ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਗੱਲ ਨਹੀਂ ਹੋਈ ਜਿਸ ਕਾਰਨ ਉਹਨਾਂ ਦੀ ਬੇਟੀ ਇੰਨਾ ਵੱਡਾ ਕਦਮ ਚੁੱਕ ਸਕੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਤਾਂ ਕੋਈ ਨਹੀਂ ਪਤਾ ਲੱਗਾ, ਸਾਡੇ ਇੱਕਨੇ ਕਰਵਾ ਕੇ ਰੋਜ਼ ਦੀ ਤਰ੍ਹਾਂ ਕੰਮ ਤੇ ਆਉਂਦੇ ਸੀ, ਉੱਕਨੇ ਫੇਰ ਆਈ ਆ ਕੰਮ। ਕਿੰਨੇ ਵਜੇ ਨਿਕਲੀ ਸੀ? 6:30 ਵਜੇ, ਪੌਣੇ 7 ਵਜੇ। ਅੱਛਾ, ਕੀ ਤੁਹਾਨੂੰ ਕਿਹਨੇ ਦੱਸਿਆ ਵੀ ਕੁੜੀ ਨੂੰ ਅੱਗ ਲਾ ਕੇ ਡੈਥ ਹੋ ਗਈ? ਇੱਥੇ ਸਾਡੀ ਕੁੜੀ ਭਾਣਜੀ ਵੇਹੀ ਆ, ਉਹਨਾਂ ਨੇ ਫੋਨ ਕੀਤਾ, ਕੁਝ ਇੱਥੇ ਹੋਰ ਬੰਦੇ ਨੇ ਉਹਦੇ ਮੋਬਾਈਲ ਤੋਂ ਕੱਢ ਕੇ ਫੋਨ ਕਰਿਆ। ਅੱਛਾ ਜੀ, ਕੀ ਲੱਗਦਾ ਤੁਹਾਨੂੰ ਕਿੰਨੇ ਬੱਚੇ ਨੇ ਤੁਹਾਡੇ? ਸਾਡੇ 7 ਬੱਚੇ ਨੇ ਜੀ, 6 ਗੁੱਡੀਆਂ ਨੇ, ਇੱਕ ਮੁੰਡਾ। ਕਿਤੇ ਕੰਮ ਕਿੱਥੇ ਕਰਦੀ ਪਤਾ ਜੀ? ਕੰਮ ਇਹ ਪਹਿਲਾਂ ਤਾਂ ਮੈਟਰੋ 'ਚ ਕਰਦੀ ਸੀਗੀ ਜੀ, ਹੁਣ ਇੱਥੇ ਪਹਿਲਾਂ ਇਹ ਤੋਂ ਪਤਾ ਕਰਨ ਆਈ ਸੀਗੀ, ਪਰ 2-3 ਦਿਨ ਦੀ ਪਤਾ ਕਰਦੇ ਫਿਰਦੇ ਜੀ ਵੀ ਇੱਥੇ ਫੈਕਟਰੀ 'ਚ ਲੱਗਣਾ ਹੋਵੇ ਕੋਈ ਕੰਮ। ਅੱਛਾ ਜੀ, ਹਾਂਜੀ। ਤੇ ਕੀ ਲੱਗਦਾ ਤੁਹਾਨੂੰ ਕੋਈ ਘਰ ਦੇ ਵਿੱਚ ਕੋਈ ਜਾਂ ਹੋਰ ਕੋਈ ਪ੍ਰੋਬਲਮ ਕੀ ਸੀ ਜਿਹੜਾ ਇਹ ਸੁਸਾਈਡ ਕੀਤਾ? ਕਿ ਕੀ ਲੱਗਦਾ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਜੀ? ਭਾਈ ਕੋਈ ਸ਼ੱਕ ਨਹੀਂ, ਜੇ ਤਾਂ ਕੋਈ ਗੱਲ ਹੋਈ ਹੋਵੇ ਕਦੇ ਫਿਰ ਤਾਂ ਹੈ, ਕਦੇ ਕੋਈ ਇੱਦਾਂ ਨਹੀਂ ਹੈ ਕਿ ਉਕਣੇ ਜਿਵੇਂ ਅੱਗੇ ਆਉਂਦੀ ਸੀ ਉਹਦੇ ਤਰ੍ਹਾਂ ਆਈ ਆ ਕੰਮ ਤੇ। ਫਿਰ ਪੀਐਫ ਦੇ ਦਾਇਰੇ 'ਚ ਆਉਣ ਵਾਲੇ ਦੇਸ਼ ਦੇ ਕਰੀਬ 6 ਕਰੋੜ ਕਰਮਚਾਰੀਆਂ ਲਈ ਰਾਹਤ ਦੀ ਖਬਰ ਹੈ। ਦਰਅਸਲ EMPLOYEES ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਯਾਨੀ EPFO ਨੇ ਵਿੱਤੀ ਵਰੇ 2020-21 ਲਈ ਵਿਆਜ ਦਰ 'ਚ ਕੋਈ ਵੀ ਬਦਲਾਵ ਨਹੀਂ ਕੀਤਾ, ਯਾਨੀ ਕਿ ਤੁਹਾਨੂੰ 8.5% ਦੀ ਦਰ ਦੇ ਹਿਸਾਬ ਨਾਲ ਵਿਆਜ ਮਿਲਦਾ ਰਹੇਗਾ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਪੀਐਫ ਦੇ ਵਿਆਜ ਦਰ ਨੂੰ ਘਟਾ ਦਿੱਤਾ ਜਾਵੇਗਾ, ਪਰ ਅੱਜ EPFO ਦੀ ਸੈਂਟਰਲ ਬੋਰਡ ਆਫ ਟਰਸਟੀਜ਼ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਵਿਆਜ ਦੀ ਦਰ 8.5% ਹੀ ਕਾਇਮ ਰੱਖਣ ਦਾ ਫੈਸਲਾ ਕੀਤਾ ਗਿਆ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫਿਰ ਨਜ਼ਰ ਹੈਡਲਾਈਨਸ ਤੇ। ਬਜਟ ਇਜਲਾਸ ਦੇ ਤੀਜੇ ਦਿਨ ਹਾਊਸ ਅੰਦਰ ਗੂੰਜਿਆ ਕਿਸਾਨਾਂ ਉੱਤੇ ਝੂਠੇ ਪਰਚਿਆਂ ਦਾ ਮਾਮਲਾ। ਹੰਗਾਮੇ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਗੱਡਿਆਂ ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਅਕਾਲੀ। ਪੈਟਰੋਲ ਡੀਜ਼ਲ ਉੱਤੇ ਵੈਟ ਨਾ ਘਟਾਉਣ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਪਾਈਆਂ ਲਾਹਣਤਾਂ। ਸੁਨੀਲ ਜਾਖੜ ਨੇ ਮੰਗਿਆ ਬਾਦਲਾਂ ਤੋਂ ਹਿਸਾਬ, ਕਿਹਾ ਤੁਹਾਡੀਆਂ ਗਲਤੀਆਂ ਕਰਕੇ ਪੰਜਾਬ ਸਿਰ ਚੜਿਆ 31,000 ਕਰੋੜ ਦਾ ਕਰਜ਼ਾ। ਲੰਬੇ ਗੈਪ ਤੋਂ ਬਾਅਦ ਮੁੜ ਸੁਰਖੀਆਂ 'ਚ ਛਾਏ ਨਵਜੋਤ ਸਿੰਘ ਸਿੱਧੂ। ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਕੈਪਟਨ ਨੂੰ ਯਾਦ ਦਿਵਾਈ ਸਰਕਾਰ ਦੀ ਤਾਕਤ।
ਅਤੇ ਪੀਐਫ ਲੈਣ ਵਾਲੇ 6 ਕਰੋੜ ਕਰਮਚਾਰੀਆਂ ਲਈ ਰਾਹਤ ਦੀ ਖਬਰ 8.5% ਦੇ ਦਰ ਨਾਲ ਮਿਲਦਾ ਰਹੇਗਾ ਵਿਆਜ। ਖਬਰਾਂ ਦੇ ਬੁਲੇਟਿਨ ਵਿੱਚ ਫਿਲਹਾਲ ਹੀ ਨਹੀਂ, ਅਪਡੇਟਸ ਲਈ ਤੁਸੀਂ ਵੇਖਦੇ ਰਹੋ ਜਸਟ ਟੀਵੀ। ਸਤਿ ਸ਼੍ਰੀ ਅਕਾਲ।